ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰ ਹਾਂ ਨਵੀਂ ਕਹਾਣੀ। ਮੇਰਾ ਬੇਟਾ ਵਿਆਹ ਨਹੀਂ ਕਰਨਾ ਚਾਹੁੰਦਾ ਸੀ। ਕਹਿੰਦਾ ਸੀ ਜੇ ਮੈਂ ਵਿਆਹ ਕਰਵਾਵਾਂਗਾ ਤਾਂ ਇੱਕ ਗੂੰਗੀ ਲੜਕੀ ਨਾਲ ਕਰਵਾਵਾਂਗਾ। ਬੜੀ ਮੁਸ਼ਕਲ ਨਾਲ ਮੈਨੂੰ ਇੱਕ ਗੂੰਗੀ ਲੜਕੀ ਮਿਲੀ। ਮੈਂ ਜਲਦੀ ਨਾਲ ਆਪਣੇ ਬੇਟੇ ਦਾ ਵਿਆਹ ਉਸ ਲੜਕੀ ਨਾਲ ਕਰਵਾ ਦਿੱਤਾ। ਪਰ ਰਾਤ ਹੁੰਦੇ ਹੀ ਮੇਰੇ ਬਹੂ ਅਤੇ ਬੇਟਾ ਛੱਤ 'ਤੇ ਸੌਣ ਲਈ ਚਲੇ ਜਾਂਦੇ। ਕਹਿੰਦੇ ਹੇਠਾਂ ਗਰਮੀ ਬਹੁਤ ਆ। ਪਰ ਬਹੂ ਜਦੋਂ ਸਵੇਰੇ ਹੇਠਾਂ ਆਉਂਦੀ ਤਾਂ ਬਹੁਤ ਹੀ ਉਦਾਸ ਹੁੰਦੀ ਅਤੇ ਮੈਨੂੰ ਇਸ਼ਾਰਿਆਂ ਨਾਲ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੀ। ਮੇਰਾ ਬੇਟਾ ਉਸ ਨੂੰ ਘੂਰ ਕੇ ਅੰਦਰ ਭੇਜ ਦਿੰਦਾ। ਮੈਨੂੰ ਸ਼ੱਕ ਹੋਣ ਲੱਗਾ ਕਿਉਂਕਿ ਬਹੂ ਦਿਨ ਬ ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ। ਇੱਕ ਦਿਨ ਉਸ ਰਾਜ ਦਾ ਪਤਾ ਲਗਾਉਣ ਲਈ ਮੈਂ ਛੱਤ 'ਤੇ ਲੁੱਕ ਕੇ ਬੈਠ ਗਈ। ਕੁਝ ਦੇਰ ਬਾਅਦ ਮੇਰੀ ਬਹੂ ਅਤੇ ਬੇਟੇ ਨੂੰ ਦੇਖ ਕੇ ਮੇਰੀ ਜਾਨ ਨਿਕਲ ਗਈ ਕਿਉਂਕਿ ਮੇਰਾ ਨਾਮ ਰਾਣੀ ਹੈ। ਮੇਰੀ ਉਮਰ 75 ਸਾਲ। ਮੇਰੇ ਵਿਆਹ ਹੋਏ ਨੂੰ 32 ਸਾਲ ਹੋ ਗਏ ਹਨ। ਮੇਰੇ ਪਤੀ ਦੀ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ। ਮੇਰੇ ਇੱਕ ਬੇਟਾ ਹੈ, ਉਸ ਦਾ ਨਾਮ ਆਕਾਸ਼ ਹੈ। ਆਕਾਸ਼ 2 ਸਾਲ ਦਾ ਸੀ ਜਦੋਂ ਉਸਦੇ ਪਾਪਾ ਦੁਨੀਆ ਤੋਂ ਚਲੇ ਗਏ ਸੀ। ਉਸ ਵਕਤ ਮੇਰੀ ਉਮਰ ਬਹੁਤ ਛੋਟੀ ਸੀ। ਮੈਨੂੰ ਲੋਕਾਂ ਨੇ ਸਲਾਹ ਦਿੱਤੀ ਕਿ ਮੈਂ ਦੂਜਾ ਵਿਆਹ ਕਰਵਾ ਕੇ ਆਪਣਾ ਘਰ ਵਸਾ ਲਵਾਂ, ਪਰ ਮੈਂ ਆਕਾਸ਼ ਦੀ ਵਜ੍ਹਾ ਨਾਲ ਇਹ ਕਦਮ ਨਾ ਉਠਾ ਸਕੀ। ਆਪਣੀ ਔਲਾਦ ਤਾਂ ਹਰ ਕਿਸੇ ਨੂੰ ਪਿਆਰੀ ਹੁੰਦੀ ਆ, ਪਰ ਮੈਨੂੰ ਆਕਾਸ਼ ਨਾਲ ਇਸ ਕਦਰ ਪਿਆਰ ਸੀ ਕਿ ਮੈਂ ਉਸ ਦੇ ਲਈ ਕੁਝ ਵੀ ਕਰ ਸਕਦੀ ਸੀ। ਜਦੋਂ ਵੀ ਮੈਨੂੰ ਕੋਈ ਕਹਿੰਦਾ ਕਿ ਤੂੰ ਦੂਜਾ ਵਿਆਹ ਕਰ ਲਾ, ਮੇਰੇ ਦਿਮਾਗ ਵਿੱਚ ਇਹੀ ਖਿਆਲ ਆਉਂਦਾ ਕਿ ਜੇ ਮੇਰੇ ਦੂਜੇ ਪਤੀ ਨੇ ਮੇਰੇ ਬੇਟੇ ਦਾ ਖਿਆਲ ਨਾ ਰੱਖਿਆ ਜਾਂ ਜੇ ਉਸਨੇ ਆਪਣੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਮੈਂ ਕੀ ਕਰੂੰਗੀ। ਬਸ ਇਹੀ ਵਜ੍ਹਾ ਨਾਲ ਮੈਂ ਦੂਜਾ ਵਿਆਹ ਨਹੀਂ ਕੀਤਾ। ਮੈਨੂੰ ਆਕਾਸ਼ ਨਾਲ ਬਹੁਤ ਪਿਆਰ ਸੀ। ਮੈਂ ਆਪਣੇ ਘਰ ਦਾ ਮਾਹੌਲ ਬਿਲਕੁਲ ਦੋਸਤਾਨਾ ਰੱਖਿਆ ਸੀ। ਅਸੀਂ ਮਾਂ ਪੁੱਤ ਇੱਕ ਦੂਜੇ ਨਾਲ ਹਰ ਗੱਲ ਸ਼ੇਅਰ ਕਰਦੇ ਸੀ, ਪਰ ਮੈਂ ਅਜਿਹਾ ਕਰਨ ਵਿੱਚ ਨਾਕਾਮ ਰਹੀ। ਨਾ ਜਾਣੇ ਆਕਾਸ਼ ਖੋਇਆ ਖੋਇਆ ਰਹਿੰਦਾ ਸੀ। ਸ਼ੁਰੂ ਵਿੱਚ ਤਾਂ ਮੈਨੂੰ ਲੱਗਿਆ ਕਿ ਛੋਟਾ ਬੱਚਾ ਬਾਪ ਦੀ ਕਮੀ ਮਹਿਸੂਸ ਕਰਦਾ ਹੋਵੇਗਾ, ਸ਼ਾਇਦ ਥੋੜ੍ਹਾ ਵੱਡਾ ਹੋ ਕੇ ਠੀਕ ਹੋ ਜਾਵੇਗਾ। ਪਰ ਇਹ ਮੇਰੀ ਗਲਤਫਹਿਮੀ ਸੀ ਕਿਉਂਕਿ ਉਹ ਵੱਡਾ ਹੋ ਕੇ ਇਸ ਤੋਂ ਜ਼ਿਆਦਾ ਗੁੰਮਸੁੰਮ ਰਹਿਣ ਲੱਗਿਆ। ਫਿਰ ਮੈਂ ਸੋਚਿਆ ਮੈਂ ਅਜਿਹੀ ਲੜਕੀ ਨਾਲ ਉਸ ਦਾ ਵਿਆਹ ਕਰਵਾਵਾਂਗੀ ਜੋ ਹਸਮੁਖ ਹੋਵੇਗੀ ਤੇ ਹੌਲੀ-ਹੌਲੀ ਆਕਾਸ਼ ਸੁਧਰ ਜਾਵੇਗਾ। ਪਰ ਮੇਰੇ ਇਸ ਅਰਮਾਨ ਉੱਤੇ ਵੀ ਪਾਣੀ ਫੇਰ ਦਿੱਤਾ ਕਿਉਂਕਿ ਮੈਂ ਉਸ ਦੀ ਇੱਕ ਸ਼ਰਤ ਤੋਂ ਤੰਗ ਆ ਗਈ ਸੀ। ਮੈਂ ਜਦੋਂ ਵੀ ਉਸ ਨੂੰ ਕਹਿੰਦੀ ਕਿ ਮੈਂ ਤੇਰੇ ਲਈ ਇੱਕ ਖੂਬਸੂਰਤ ਲੜਕੀ ਪਸੰਦ ਕੀਤੀ ਹੈ ਤਾਂ ਉਹ ਮੇਰੀ ਗੱਲ ਸੁਣ ਕੇ ਮੇਰਾ ਬੇਟਾ ਕਹਿੰਦਾ ਕਿ ਮੈਨੂੰ ਇਹ ਖੂਬਸੂਰਤ ਲੜਕੀ ਨਾਲ ਨਹੀਂ ਬਲਕਿ ਇੱਕ ਗੂੰਗੀ ਲੜਕੀ ਨਾਲ ਵਿਆਹ ਕਰਨਾ ਹੈ। ਪਹਿਲਾਂ ਪਹਿਲ ਤਾਂ ਮੈਨੂੰ ਲੱਗਿਆ ਸ਼ਾਇਦ ਮੇਰਾ ਬੇਟਾ ਮੈਨੂੰ ਮਜ਼ਾਕ ਕਰ ਰਿਹਾ, ਇਸ ਲਈ ਮੈਂ ਉਸ ਦੀ ਗੱਲ 'ਤੇ ਜ਼ਿਆਦਾ ਧਿਆਨ ਨਾ ਦਿੱਤਾ ਅਤੇ ਲੜਕੀਆਂ ਪਸੰਦ ਕਰਦੀ ਰਹੀ। ਇੱਕ ਦਿਨ ਮੈਂ ਇੱਕ ਖੂਬਸੂਰਤ ਲੜਕੀ ਦੀ ਤਸਵੀਰ ਆਪਣੇ ਬੇਟੇ ਨੂੰ ਦਿਖਾਈ ਤਾਂ ਉਹ ਕਹਿਣ ਲੱਗਾ ਕਿ ਮਾਂ ਇਹ ਲੜਕੀ ਗੂੰਗੀ ਆ। ਮੈਂ ਉਸ ਦੀ ਇਹ ਗੱਲ ਸੁਣ ਕੇ ਹੱਸ ਪਈ ਤੇ ਬੋਲੀ ਨਹੀਂ, ਲੜਕੀ ਤਾਂ ਬਹੁਤ ਪਿਆਰਾ ਬੋਲਦੀ ਆ, ਇਸ ਦੀ ਆਵਾਜ਼ ਤਾਂ ਬਿਲਕੁਲ ਕੋਇਲ ਵਰਗੀ ਆ। ਮੇਰਾ ਬੇਟਾ ਗੁੱਸੇ ਵਿੱਚ ਬੋਲਿਆ, ਮਾਂ ਤੂੰ ਆਪਣਾ ਅਤੇ ਮੇਰਾ ਵਕਤ ਖਰਾਬ ਨਾ ਕਰਿਆ ਕਰ। ਜਦੋਂ ਮੈਂ ਕਹਿ ਦਿੱਤਾ ਕਿ ਮੈਂ ਗੂੰਗੀ ਲੜਕੀ ਨਾਲ ਵਿਆਹ ਕਰਨਾ ਤਾਂ ਫਿਰ ਤੁਸੀਂ ਮੇਰੀ ਗੱਲ ਕਿਉਂ ਨਹੀਂ ਮੰਨ ਲੈਂਦੇ। ਮੈਂ ਚੌਂਕ ਗਈ ਕਿ ਸੱਚਮੁੱਚ ਹੀ ਮੇਰੇ ਬੇਟੇ ਦੀ ਇਹੀ ਮਰਜ਼ੀ ਸੀ। ਮੈਂ ਆਪਣੇ ਬੇਟੇ ਨੂੰ ਕਿਹਾ, ਅਜਿਹੀ ਵੀ ਕਿਹੜੀ ਗੱਲ ਹੋ ਗਈ ਕਿ ਤੈਨੂੰ ਗੂੰਗੀ ਲੜਕੀ ਹੀ ਚਾਹੀਦੀ ਹੈ। ਆਕਾਸ਼ ਬੋਲਿਆ, ਮਾਂ ਮੈਂ ਤਾਂ ਵਿਆਹ ਨਹੀਂ ਕਰਨਾ ਚਾਹੁੰਦਾ, ਪਰ ਤੁਹਾਡੀ ਇੰਨੀ ਜ਼ਿੱਦ 'ਤੇ ਮੈਂ ਮੰਨ ਗਿਆ। ਮੇਰੀ ਇੱਕ ਹੀ ਸ਼ਰਤ ਹੈ, ਜੇ ਤੁਸੀਂ ਮੇਰਾ ਗੂੰਗੀ ਲੜਕੀ ਨਾਲ ਵਿਆਹ ਕਰੋਗੇ ਤਾਂ ਹੀ ਮੈਂ ਵਿਆਹ ਕਰਾਂਗਾ। ਮੈਂ ਤਾਂ ਅਜੀਬ ਜਿਹੀ ਪਰੇਸ਼ਾਨੀ ਵਿੱਚ ਖੋ ਗਈ ਕਿਉਂਕਿ ਮੈਂ ਆਕਾਸ਼ ਨੂੰ ਬਚਪਨ ਤੋਂ ਜਾਣਦੀ ਸੀ। ਆਕਾਸ਼ ਉਹ ਬਚਪਨ ਤੋਂ ਹੀ ਬਹੁਤ ਗੰਭੀਰ ਸੀ, ਹਰ ਵਕਤ ਗਹਿਰੀ ਸੋਚ ਵਿੱਚ ਡੁੱਬਿਆ ਰਹਿੰਦਾ, ਆਪਣੇ ਕੰਮ ਨਾਲ ਕੰਮ ਰੱਖਣ ਵਾਲਾ। ਉਸਨੇ ਬੇਵਜ੍ਹਾ ਕਦੇ ਕਿਸੇ ਨਾਲ ਮਜ਼ਾਕ ਨਹੀਂ ਕੀਤਾ, ਇਸ ਲਈ ਮੈਂ ਚੰਗੇ ਤਰੀਕੇ ਨਾਲ ਜਾਣ ਗਈ ਸੀ ਕਿ ਉਹ ਇਸ ਮਾਮਲੇ ਵਿੱਚ ਮਜ਼ਾਕ ਤਾਂ ਨਹੀਂ ਕਰ ਰਿਹਾ ਕਿਉਂਕਿ ਉਸ ਦੀ ਹਰ ਗੱਲ ਪੱਥਰ 'ਤੇ ਲਕੀਰ ਹੁੰਦੀ ਸੀ। ਇੱਕ ਵਾਰ ਫਿਰ ਮੈਂ ਉਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਜੇ ਤੂੰ ਹਾਲੇ ਵਿਆਹ ਨਹੀਂ ਕਰਨਾ ਚਾਹੁੰਦਾ ਤਾਂ ਠੀਕ ਆ, ਪਰ ਗੂੰਗੀ ਲੜਕੀ ਕਿਉਂ? ਉਸਨੇ ਕਿਹਾ, ਕਿਉਂ ਮਾਂ, ਗੂੰਗੀਆਂ ਲੜਕੀਆਂ ਇਨਸਾਨ ਨਹੀਂ ਹੁੰਦੀਆਂ? ਬੇਟਾ ਅਜਿਹੀ ਗੱਲ ਨਹੀਂ। ਜੇ ਮੈਂ ਤੇਰੇ ਲਈ ਗੂੰਗੀ ਲੜਕੀ ਲੱਭ ਕੇ ਲੈ ਵੀ ਆਈ ਤਾਂ ਲੋਕੀ ਆਪਣਾ ਮਜ਼ਾਕ ਉਡਾਉਣਗੇ। ਲੋਕ ਕਹਿਣਗੇ ਨਾ ਜਾਣੇ ਆਕਾਸ਼ ਵਿੱਚੋਂ ਕੋਈ ਕਮੀ ਹੋਵੇਗੀ ਤਾਂ ਹੀ ਤੂੰ ਗੂੰਗੀ ਲੜਕੀ ਨਾਲ ਉਸ ਦਾ ਵਿਆਹ ਕਰਵਾਇਆ। ਆਕਾਸ਼ ਨੇ ਕਿਹਾ, ਮਾਂ
ਮੈਂ ਅੱਜ ਤੱਕ ਕਿਸੇ ਦੀ ਪਰਵਾਹ ਨਹੀਂ ਕੀਤੀ। ਮੈਨੂੰ ਲੋਕਾਂ ਨਾਲ ਕੋਈ ਮਤਲਬ ਨਹੀਂ। ਮੈਂ ਆਕਾਸ਼ ਦੀ ਜਿੱਦ ਅੱਗੇ ਹਾਰ ਗਈ। ਪਰ ਸਭ ਤੋਂ ਵੱਡੀ ਪਰੇਸ਼ਾਨੀ ਤਾਂ ਇਹ ਸੀ ਕਿ ਮੈਂ ਗੂੰਗੀ ਲੜਕੀ ਲੱਭਾਂ ਤਾਂ ਕਿੱਥੋਂ ਲੱਭਾਂ। ਖੈਰ, ਆਕਾਸ਼ ਦੇ ਇਹ ਫੈਸਲੇ ਨੂੰ ਮੈਂ ਮੰਨ ਲਿਆ। ਮੈਂ ਚਾਹੁੰਦੀ ਸੀ ਕਿ ਆਕਾਸ਼ ਦਾ ਘਰ ਜਲਦੀ ਤੋਂ ਜਲਦੀ ਬਸ ਜਾਵੇ, ਕਿਉਂਕਿ ਮੇਰੀ ਉਮਰ ਵੀ ਹੌਲੀ ਹੌਲੀ ਢਲ ਰਹੀ ਸੀ। ਮੇਰੇ ਤੋਂ ਘਰ ਦੇ ਕੰਮ ਵੀ ਨਹੀਂ ਹੁੰਦੇ ਸੀ। ਮੈਂ ਹੁਣ ਗੂੰਗੀ ਕੁੜੀ ਲੱਭਣੀ ਸ਼ੁਰੂ ਕਰ ਦਿੱਤੀ। ਮੈਂ ਆਸ-ਪਾਸ ਦੇ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਬੇਟੇ ਲਈ ਗੂੰਗੀ ਲੜਕੀ ਚਾਹੀਦੀ ਹੈ। ਪਰ ਪਰੇਸ਼ਾਨੀ ਦੀ ਗੱਲ ਇਹ ਸੀ, ਕੋਈ ਵੀ ਮੇਰੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਸੀ। ਮੈਂ ਬਹੁਤ ਪਰੇਸ਼ਾਨ ਹੋ ਚੁੱਕੀ ਸੀ। ਮੇਰੇ ਹੱਥ ਅਜੇ ਤੱਕ ਕੁਝ ਨਹੀਂ ਆਇਆ ਸੀ। ਇੱਕ ਦਿਨ ਮੈਂ ਬੜੀ ਮੁਸ਼ਕਲ ਨਾਲ ਘਰ ਦਾ ਕੰਮ ਨਿਬੇੜ ਕੇ ਮੰਜੇ 'ਤੇ ਬੈਠੀ। ਥੋੜ੍ਹੀ ਦੇਰ ਬਾਅਦ ਮੇਰੇ ਦਰਵਾਜ਼ੇ 'ਤੇ ਇੱਕ ਔਰਤ ਆਈ। ਔਰਤ ਨੂੰ ਦੇਖ ਕੇ ਮੈਂ ਪਹਿਚਾਣ ਗਈ। ਉਹ ਅਕਸਰ ਹੀ ਸਾਡੇ ਘਰੇ ਖਾਣ ਪੀਣ ਦੀਆਂ ਚੀਜ਼ਾਂ ਮੰਗ ਕੇ ਲਿਜਾਇਆ ਕਰਦੀ ਸੀ। ਉਹ ਬਹੁਤ ਗਰੀਬ ਸੀ। ਮੈਨੂੰ ਲੱਗਿਆ ਕੁਝ ਖਾਣ ਪੀਣ ਲਈ ਮੰਗਣ ਆਈ ਹੋਵੇਗੀ। ਮੈਂ ਕਿਹਾ, ਖੜ ਜਾ, ਇੱਥੇ ਮੈਂ ਤੇਰੇ ਲਈ ਖਾਣ ਨੂੰ ਲੈ ਕੇ ਆਉਂਦੀ ਹਾਂ। ਉਸਨੇ ਕਿਹਾ, ਨਹੀਂ ਦੀਦੀ, ਮੈਨੂੰ ਅੱਜ ਕੁਝ ਨਹੀਂ ਚਾਹੀਦਾ। ਮੈਂ ਤਾਂ ਤੁਹਾਨੂੰ ਕੁਝ ਦੱਸਣ ਆਈ ਹਾਂ। ਮੈਂ ਕਿਹਾ, ਹਾਂ ਦੱਸ, ਕੀ ਗੱਲ ਆ? ਉਸਨੇ ਕਿਹਾ, ਦੀਦੀ, ਇਹ ਗੱਲ ਕਹਿਣਾ ਮੈਨੂੰ ਠੀਕ ਤਾਂ ਨਹੀਂ ਲੱਗਦਾ। ਬਸ ਮੈਂ ਤੁਹਾਡੇ ਬਾਰੇ ਸੁਣਿਆ ਹੈ ਕਿ ਤੁਸੀਂ ਆਪਣੇ ਬੇਟੇ ਲਈ ਗੂੰਗੀ ਲੜਕੀ ਲੱਭਣਾ ਚਾਹੁੰਦੇ ਹੋ। ਮੇਰੀ ਬੇਟੀ ਗੂੰਗੀ ਹੈ ਅਤੇ ਘੱਟ ਉਮਰ ਦੀ। ਜੇ ਤੁਹਾਨੂੰ ਠੀਕ ਲੱਗੇ ਤਾਂ ਮੈਂ ਆਪਣੀ ਕੁੜੀ ਦਾ ਰਿਸ਼ਤਾ ਤੁਹਾਡੇ ਮੁੰਡੇ ਨਾਲ ਕਰਨ ਨੂੰ ਤਿਆਰ ਹਾਂ। ਮੈਂ ਮਾਲਤੀ ਦੀ ਗੱਲ ਨੂੰ ਸੁਣ ਕੇ ਸੋਚਾਂ ਵਿੱਚ ਡੁੱਬ ਗਈ। ਮੇਰੇ ਚਿਹਰੇ ਦੇ ਹਾਵ ਭਾਵ ਦੇਖ ਕੇ ਉਹ ਹੱਥ ਜੋੜ ਕੇ ਬੋਲੀ ਕਿ ਜੇ ਮੇਰੇ ਤੋਂ ਕੁਝ ਕਹਿਣ ਵਿੱਚ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ਼ ਕਰ ਦਿਓ। ਇੰਨਾ ਕਹਿ ਕੇ ਉਹ ਮੇਰਾ ਜਵਾਬ ਸੁਣੇ ਬਗੈਰ ਹੀ ਉੱਥੋਂ ਚਲੀ ਗਈ। ਲੇਕਿਨ ਮੈਂ ਸਾਰਾ ਦਿਨ ਮਾਲਤੀ ਦੇ ਬਾਰੇ ਇਹ ਸੋਚਦੀ ਰਹੀ। ਮੇਰੇ ਤੋਂ ਕੋਈ ਫੈਸਲਾ ਨਹੀਂ ਹੋ ਰਿਹਾ ਸੀ। ਸੋਚਿਆ, ਸਾਰੀ ਗੱਲ ਆਕਾਸ਼ ਦੇ ਸਾਹਮਣੇ ਰੱਖ ਦੇਵਾਂਗੀ। ਉਹ ਜਿਵੇਂ ਕਹੇਗਾ ਉਵੇਂ ਕਰ ਲਵਾਂਗੀ। ਸ਼ਾਮ ਦੇ ਸਮੇਂ ਜਦੋਂ ਆਕਾਸ਼ ਘਰੇ ਆਇਆ ਤਾਂ ਮੈਂ ਉਸ ਨੂੰ ਕਿਹਾ, ਆਕਾਸ਼, ਮੈਂ ਤੇਰੇ ਨਾਲ ਗੱਲ ਕਰਨੀ ਆ। ਉਹਨੇ ਕਿਹਾ, ਦੱਸੋ ਮਾਂ, ਕੀ ਕਹਿਣਾ ਹੈ? ਮੈਂ ਉਸ ਨੂੰ ਕਿਹਾ, ਤੈਨੂੰ ਗੂੰਗੀ ਅਤੇ ਘੱਟ ਉਮਰ ਦੀ ਲੜਕੀ ਚਾਹੀਦੀ ਆ, ਪਰ ਇਹ ਤਾਂ ਦੱਸਿਆ ਹੀ ਨਹੀਂ ਕਿ ਉਹ ਲੜਕੀ ਅਮੀਰ ਹੋਣੀ ਚਾਹੀਦੀ ਆ ਜਾਂ ਗਰੀਬ, ਪੜ੍ਹੀ ਲਿਖੀ ਹੋਵੇ ਜਾਂ ਅਨਪੜ੍ਹ। ਮੇਰੀ ਗੱਲ ਸੁਣ ਕੇ ਆਕਾਸ਼ ਦੇ ਚਿਹਰੇ 'ਤੇ ਮੁਸਕਰਾਹਟ ਆ ਗਈ। ਮੈਨੂੰ ਸਿਰਫ ਗੂੰਗੀ ਅਤੇ ਘੱਟ ਉਮਰ ਦੀ ਲੜਕੀ ਚਾਹੀਦੀ ਹੈ, ਇਹੀ ਡਿਮਾਂਡ ਹੈ। ਮੈਂ ਕਿਹਾ, ਜੋ ਮਾਲਤੀ ਆ ਨਾ, ਜਿਹੜੀ ਲੋਕਾਂ ਦੇ ਘਰੇ ਕਿਤੇ ਨਾ ਕਿਤੇ ਕੋਈ ਚੀਜ਼ ਮੰਗਣ ਆਉਂਦੀ ਆ, ਉਹ ਤੇਰੇ ਲਈ ਆਪਣੀ ਕੁੜੀ ਦਾ ਰਿਸ਼ਤਾ ਲੈ ਕੇ ਆਈ ਸੀ, ਕਿਉਂਕਿ ਉਸ ਦੀ ਕੁੜੀ ਗੂੰਗੀ ਆ। ਮੈਂ ਉਸ ਦੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਤੇ ਉਹ ਚਲੀ ਗਈ। ਦਰਅਸਲ ਮੈਂ ਇਹ ਸੋਚ ਕੇ ਪਰੇਸ਼ਾਨ ਹੋ ਗਈ ਸੀ ਕਿ ਮੈਂ ਆਪਣੇ ਇਕਲੌਤੇ ਬੇਟੇ ਦੇ ਲਈ ਇੱਕ ਮੰਗਣ ਵਾਲੀ ਔਰਤ ਦੀ ਕੁੜੀ ਕਿਵੇਂ ਵਿਆਹ ਕੇ ਲਿਆऊं। ਫਿਰ ਸੋਚਿਆ, ਤੇਰੇ ਤੋਂ ਪੁੱਛ ਲਵਾਂ। ਜੇ ਤੈਨੂੰ ਇਤਰਾਜ਼ ਨਹੀਂ ਤਾਂ ਮੈਂ ਉਸ ਨੂੰ ਆਪਣੀ ਬਹੂ ਬਣਾ ਲਵਾਂਗੀ। ਮੇਰੀ ਗੱਲ ਸੁਣ ਕੇ ਆਕਾਸ਼ ਝੱਟ ਬੋਲਿਆ, ਮਾਂ, ਤੈਨੂੰ ਮਾਲਤੀ ਦੀ ਗੱਲ ਉਸੇ ਵੇਲੇ ਮੰਨ ਲੈਣੀ ਚਾਹੀਦੀ ਸੀ। ਉਸ ਨੂੰ ਦੱਸ ਦੇਣਾ ਚਾਹੀਦਾ ਸੀ ਕਿ ਮੈਨੂੰ ਇਹ ਰਿਸ਼ਤਾ ਮਨਜ਼ੂਰ ਆ। ਮੈਂ ਆਕਾਸ਼ ਨੂੰ ਕਿਹਾ, ਤੈਨੂੰ ਇਹ ਫੈਸਲਾ ਸੋਚ ਸਮਝ ਕੇ ਲੈਣਾ ਚਾਹੀਦਾ। ਮੈਨੂੰ ਫੇਰ ਨਾ ਕਹੀਂ ਕਿ ਮੇਰੇ ਲਈ ਕਿਹੋ ਜਿਹੀ ਕੁੜੀ ਲਿਆ ਦਿੱਤੀ। ਆਕਾਸ਼ ਨੇ ਕਿਹਾ, ਮੈਨੂੰ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ। ਉਸ ਦੀ ਗੱਲ ਸੁਣ ਕੇ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਆਕਾਸ਼ ਮੂੰਹ ਹੱਥ ਧੋਣ ਚਲਾ ਗਿਆ ਤੇ ਮੈਂ ਉਸ ਦੇ ਬਾਰੇ ਸੋਚਣ ਲੱਗੀ ਕਿ ਇਸ ਲੜਕੇ ਨੂੰ ਕੀ ਹੋ ਗਿਆ। ਇੱਕ ਮੰਗਣ ਵਾਲੀ ਦੀ ਕੁੜੀ ਦੇ ਨਾਲ ਵਿਆਹ ਕਰਨ ਨੂੰ ਤਿਆਰ ਆ। 1-2 ਦਿਨ ਬਾਅਦ ਮੈਂ ਤੇ ਆਕਾਸ਼ ਮਾਲਤੀ ਦੇ ਘਰੇ ਗਏ। ਮਾਲਤੀ ਸਾਨੂੰ ਦੇਖ ਕੇ ਖੁਸ਼ ਹੋ ਗਈ ਅਤੇ ਉਹ ਸਮਝ ਗਈ ਕਿ ਉਸ ਦੀ ਬੇਟੀ ਦਾ ਹੱਥ ਮੰਗਣ ਆਏ ਆ। ਉਸਨੇ ਹੱਥ ਜੋੜਦੇ ਹੋਏ ਸਾਨੂੰ ਇੱਕ ਮੰਜੇ 'ਤੇ ਬਿਠਾ ਦਿੱਤਾ। ਕੁਝ ਦੇਰ ਬਾਅਦ ਆਪਣੀ ਬੇਟੀ ਸੁਧਾ ਨੂੰ ਲੈ ਕੇ ਆਈ। ਮਾਲਤੀ ਦੀ ਬੇਟੀ ਸੁਧਾ ਇੰਨੀ ਜ਼ਿਆਦਾ ਸੁੰਦਰ ਸੀ ਕਿ ਉਸ ਨੂੰ ਦੇਖ ਕੇ ਜੀ ਨਹੀਂ ਭਰਦਾ ਸੀ। ਮਾਲਤੀ ਨੇ ਕਿਹਾ, ਦੀਦੀ, ਇਹ ਮੇਰੀ ਬੇਟੀ ਸੁਧਾ ਹੈ। ਮੈਂ ਇਸ਼ਾਰਿਆਂ ਵਿੱਚ ਆਕਾਸ਼ ਦੇ ਵੱਲ ਦੇਖਿਆ ਤਾਂ ਆਕਾਸ਼ ਨੇ ਵੀ ਵਿਆਹ ਦੇ ਲਈ ਹਾਂ ਕਰ ਦਿੱਤੀ। ਮੈਂ ਉਸੇ ਦਿਨ ਆਪਣੇ ਬੇਟੇ ਦੇ ਫੈਸਲੇ ਦੇ ਅੱਗੇ ਹਾਰ ਮੰਨ ਕੇ ਬਿਨਾਂ ਕੁਝ ਸੋਚੇ ਸਮਝੇ ਆਕਾਸ਼ ਅਤੇ ਸੁਧਾ ਦਾ ਵਿਆਹ ਤੈਅ ਕਰ ਦਿੱਤਾ। ਮਾਲਤੀ ਕਹਿਣ ਲੱਗੀ, ਦੀਦੀ, ਮੇਰੀ ਬੇਟੀ ਪੂਰੀ ਤਰ੍ਹਾਂ ਗੂੰਗੀ ਨਹੀਂ ਆ, ਬਸ ਰੱਬ ਨੇ ਇਸ ਨੂੰ ਆਵਾਜ਼ ਨਹੀਂ ਦਿੱਤੀ, ਲੇਕਿਨ ਇਹ ਸਭ ਦੀਆਂ ਗੱਲਾਂ ਸੁਣ ਸਕਦੀ ਆ, ਬਸ ਬੋਲ ਨਹੀਂ ਸਕਦੀ। ਮੈਂ ਮਾਲਤੀ ਦੀ ਗੱਲ ਸੁਣ ਕੇ ਕਿਹਾ, ਚਲੋ ਵਧੀਆ ਗੱਲ ਆ, ਸਾਨੂੰ ਇਸ ਦੇ ਨਾਲ
ਇਸ਼ਾਰਿਆਂ ਨਾਲ ਗੱਲ ਕਰਨੀ ਪਵੇਗੀ। ਆਪਾਂ ਜੋ ਕਵਾਂਗੇ ਇਹ ਸਭ ਸਮਝ ਜਾਵੇਗੀ। ਆਕਾਸ਼ ਨੇ ਕਿਹਾ ਕਿ ਮੈਂ ਇਸ ਵਿਆਹ ਦੇ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦਾ। ਜੇ ਤੁਹਾਨੂੰ ਠੀਕ ਲੱਗੇ ਤਾਂ ਅਗਲੇ ਹਫ਼ਤੇ ਅਸੀਂ ਵਿਆਹੁਣ ਆ ਜਾਵਾਂਗੇ। ਆਕਾਸ਼ ਦੀ ਇਸ ਗੱਲ 'ਤੇ ਮੈਨੂੰ ਥੋੜ੍ਹਾ ਗੁੱਸਾ ਵੀ ਆਇਆ ਕਿ ਇਸ ਨੂੰ ਕਿੰਨੀ ਜਲਦੀ ਆ ਵਿਆਹ ਦੀ। ਪਹਿਲਾਂ ਤਾਂ ਇਹ ਮੰਨਦਾ ਨਹੀਂ ਸੀ, ਆਖਿਰ ਹੁਣ ਇਹ ਇੰਨਾ ਬੇਚੈਨ ਕਿਉਂ ਆ। ਮੈਂ ਮਾਲਤੀ ਦੇ ਵੱਲ ਦੇਖਿਆ ਤਾਂ ਮਾਲਤੀ ਨੂੰ ਵੀ ਕੋਈ ਇਤਰਾਜ਼ ਨਹੀਂ ਸੀ। ਹਫ਼ਤਾ ਲੰਘ ਗਿਆ ਤੇ ਹਫ਼ਤੇ ਬਾਅਦ ਉਹ ਦਿਨ ਆ ਗਿਆ ਜਿਸ ਦਿਨ ਆਕਾਸ਼ ਦਾ ਵਿਆਹ ਸੀ। ਅਸੀਂ ਜ਼ਿਆਦਾ ਤਾਮ-ਝਾਮ ਨਹੀਂ ਕੀਤਾ, ਸਾਦੇ ਤਰੀਕੇ ਨਾਲ ਮਾਲਤੀ ਦੀ ਬੇਟੀ ਨੂੰ ਵਿਆਹ ਕੇ ਘਰ ਲੈ ਆਏ। ਕੁਝ ਰਸਮਾਂ ਦੇ ਬਾਅਦ ਮੈਂ ਸੁਧਾ ਨੂੰ ਆਕਾਸ਼ ਦੇ ਕਮਰੇ ਵਿੱਚ ਛੱਡ ਆਈ ਤੇ ਮੇਰੇ ਦਿਮਾਗ ਉੱਤੋਂ ਸਾਰਾ ਬੋਝ ਉਤਰ ਗਿਆ ਸੀ। ਮੇਰਾ ਬੇਟਾ ਵਿਆਹ ਕਰ ਚੁੱਕਿਆ ਸੀ। ਹੁਣ ਮੈਂ ਬੜਾ ਹੀ ਸਕੂਨ ਮਹਿਸੂਸ ਕਰ ਰਹੀ ਸੀ। ਹੁਣ ਜੇ ਮੈਨੂੰ ਮੌਤ ਵੀ ਆ ਜਾਵੇ ਤਾਂ ਵੀ ਕੋਈ ਪਰੇਸ਼ਾਨੀ ਨਹੀਂ, ਕਿਉਂਕਿ ਬੇਟੇ ਦੇ ਪ੍ਰਤੀ ਜੋ ਫਰਜ਼ ਸੀ ਉਹ ਮੈਂ ਪੂਰਾ ਕਰ ਦਿੱਤਾ ਸੀ। ਅਗਲੇ ਦਿਨ ਸਵੇਰੇ ਜਦੋਂ ਮੈਂ ਸੌਂ ਕੇ ਉੱਠੀ ਤਾਂ ਬਹੂ ਬੇਟੇ ਦੇ ਲਈ ਨਾਸ਼ਤਾ ਕਮਰੇ ਵਿੱਚ ਲੈ ਕੇ ਆਈ। ਆਕਾਸ਼ ਬਹੁਤ ਹੀ ਖੁਸ਼ ਲੱਗ ਰਿਹਾ ਸੀ। ਖੈਰ, ਨਾਸ਼ਤਾ ਦੇ ਕੇ ਮੈਂ ਉਹਨਾਂ ਨੂੰ ਬਾਹਰ ਆ ਗਈ। ਥੋੜ੍ਹੀ ਦੇਰ ਬਾਅਦ ਆਕਾਸ਼ ਬਾਹਰ ਆਇਆ ਤਾਂ ਮੈਂ ਉਸ ਨੂੰ ਪੁੱਛਿਆ, ਬੇਟਾ ਬਹੂ ਕਿਹੋ ਜਿਹੀ ਆ? ਤਾਂ ਉਸਨੇ ਖੁਸ਼ ਹੋ ਕੇ ਕਿਹਾ, ਮਾਂ ਮੈਨੂੰ ਜਿਹੋ ਜਿਹੀ ਪਤਨੀ ਚਾਹੀਦੀ ਸੀ ਉਹ ਬਿਲਕੁਲ ਉਹੋ ਜਿਹੀ ਆ। ਬਸ ਥੋੜ੍ਹੀ ਨਾ ਸਮਝ ਆ, ਹੌਲੀ ਹੌਲੀ ਸਮਝ ਆ ਜਾਵੇਗੀ। ਆਕਾਸ਼ ਦੀਆਂ ਗੱਲਾਂ ਸੁਣ ਕੇ ਮੇਰੇ ਦਿਲ ਨੂੰ ਤਸੱਲੀ ਹੋ ਗਈ ਕਿ ਮੇਰਾ ਬੇਟਾ ਖੁਸ਼ ਆ। ਮੈਨੂੰ ਦੁਨੀਆ ਦੀ ਸਾਰੀ ਜੰਨਤ ਮਿਲ ਗਈ। ਆਕਾਸ਼ ਆਫਿਸ ਚਲਿਆ ਗਿਆ ਤੇ ਬਹੂ ਰਸੋਈ ਵਿੱਚ ਆਈ। ਮੈਨੂੰ ਇਸ਼ਾਰਿਆਂ ਵਿੱਚ ਕਹਿਣ ਲੱਗੀ ਕਿ ਭਾਂਡੇ ਮੈਂ ਸਾਫ਼ ਕਰ ਦਿੰਨੀ ਆ। ਮੈਂ ਉਸ ਨੂੰ ਕਿਹਾ, ਰਹਿਣ ਦੇ, ਪਹਿਲਾਂ ਮਿੱਠਾ ਬਣੇਗਾ, ਉਸ ਤੋਂ ਬਾਅਦ ਤੂੰ ਜੋ ਮਰਜ਼ੀ ਕੰਮ ਕਰੀਂ। ਉਸਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਦਿਨ ਤਾਂ ਚੰਗੀ ਤਰ੍ਹਾਂ ਗੁਜ਼ਰ ਗਿਆ। ਫਿਰ ਰਾਤ ਹੋ ਗਈ ਤਾਂ ਮੇਰਾ ਬੇਟਾ ਕਹਿਣ ਲੱਗਿਆ, ਮਾਂ ਅੱਜ ਮੈਂ ਤੇ ਸੁਧਾ ਛੱਤ 'ਤੇ ਪਵਾਂਗੇ। ਕੱਲ੍ਹ ਸਾਰੀ ਰਾਤ ਬਹੁਤ ਗਰਮੀ ਲੱਗਦੀ ਰਹੀ। ਮੈਂ ਆਕਾਸ਼ ਦੀ ਗੱਲ ਸੁਣ ਕੇ ਹੈਰਾਨ ਸੀ, ਕਿਉਂਕਿ ਹੁਣ ਤਾਂ ਮੂਹਰੇ ਸਰਦੀਆਂ ਆਉਣ ਵਾਲੀਆਂ ਸੀ। ਕਮਰੇ ਵਿੱਚ ਇੰਨੀ ਗਰਮੀ ਕਿਵੇਂ ਹੋ ਸਕਦੀ ਆ? ਖੈਰ, ਮੈਂ ਇਸ ਗੱਲ ਦਾ ਵਿਰੋਧ ਨਾ ਕੀਤਾ। ਉਹਨਾਂ ਦੋਹਾਂ ਦੀ ਕੋਈ ਪ੍ਰਾਈਵੇਸੀ ਹੋਵੇਗੀ ਤਾਂ ਹੀ ਦੋਨੋਂ ਛੱਤ 'ਤੇ ਜਾਣ ਦੀ ਗੱਲ ਕਰ ਰਹੇ ਨੇ। ਉਹ ਦੋਨੋਂ ਪਤੀ ਪਤਨੀ ਛੱਤ 'ਤੇ ਸੌਣ ਲਈ ਚਲੇ ਗਏ। ਮੈਂ ਆਪਣੇ ਕਮਰੇ ਵਿੱਚ ਆ ਗਈ। ਸਵੇਰੇ ਜਦੋਂ ਸੁਧਾ ਹੇਠਾਂ ਆਈ ਤਾਂ ਬਹੁਤ ਜ਼ਿਆਦਾ ਥੱਕੀ ਹੋਈ ਤੇ ਉਦਾਸ ਸੀ। ਮੈਂ ਉਸ ਦਾ ਹੱਥ ਫੜਦੇ ਹੋਏ ਕਿਹਾ, ਬੇਟਾ ਕੀ ਗੱਲ ਆ? ਕਿ ਛੱਤ ਉੱਪਰ ਠੰਡ ਲੱਗਦੀ ਰਹੀ? ਸੁਧਾ ਮੈਨੂੰ ਇਸ਼ਾਰਿਆਂ ਵਿੱਚ ਕੁਝ ਦੱਸਣ ਹੀ ਲੱਗੀ ਸੀ ਕਿ ਇੰਨੇ ਨੂੰ ਆਕਾਸ਼ ਆ ਗਿਆ। ਆਕਾਸ਼ ਨੇ ਸੁਧਾ ਵੱਲ ਇਸ਼ਾਰਾ ਕੀਤਾ ਤਾਂ ਉਹ ਕਮਰੇ ਵਿੱਚ ਚਲੀ ਗਈ। ਮੈਂ ਨਾਸ਼ਤਾ ਬਣਾਉਣ ਲੱਗੀ। ਨਾਸ਼ਤਾ ਬਣਾ ਕੇ ਜਦੋਂ ਮੈਂ ਉਹਨਾਂ ਦੇ ਕਮਰੇ ਵਿੱਚ ਫੜਾਉਣ ਗਈ ਤਾਂ ਮੈਂ ਦੇਖਿਆ ਆਕਾਸ਼ ਸੁਧਾ ਨੂੰ ਘੂਰ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਮੇਰੀ ਇੱਕ ਗੱਲ ਯਾਦ ਰੱਖੀ, ਆਪਣੇ ਪਤੀ ਪਤਨੀ ਵਿੱਚ ਜੋ ਵੀ ਗੱਲ ਹੈ ਉਹ ਆਪਣੇ ਦੋਹਾਂ ਵਿੱਚ ਹੀ ਰਹਿਣੀ ਚਾਹੀਦੀ ਹੈ। ਮੈਂ ਤੈਨੂੰ ਹਰਗਿਜ਼ ਇਜਾਜ਼ਤ ਨਹੀਂ ਦਿੰਦਾ ਕਿ ਤੂੰ ਆਪਣੀਆਂ ਪਰਸਨਲ ਗੱਲਾਂ ਮੇਰੀ ਮਾਂ ਨਾਲ ਸਾਂਝੀਆਂ ਕਰੀਂ। ਤੂੰ ਇਹ ਨਾ ਸਮਝੀ ਕਿ ਮੈਂ ਘਰ ਦੇ ਬਾਹਰ ਚਲਾ ਜਾਵਾਂਗਾ ਤਾਂ ਮੈਨੂੰ ਕੁਝ ਪਤਾ ਨਹੀਂ ਲੱਗੇਗਾ। ਤੂੰ ਮੇਰੀ ਮਾਂ ਨੂੰ ਕੁਝ ਦੱਸਿਆ ਤਾਂ ਮੈਨੂੰ ਕੁਝ ਐਸਾ ਵੈਸਾ ਪਤਾ ਲੱਗਿਆ ਤਾਂ ਮੈਂ ਤੈਨੂੰ ਛੱਡ ਦਿਆਂਗਾ। ਮੈਂ ਆਕਾਸ਼ ਦੀਆਂ ਗੱਲਾਂ ਸੁਣ ਕੇ ਦੰਗ ਰਹਿ ਗਈ। ਮੈਂ ਖੰਘੂਰਾ ਮਾਰ ਕੇ ਉਹਨਾਂ ਦੇ ਕਮਰੇ ਵਿੱਚ ਚਲੀ ਗਈ। ਮੇਰੇ ਸਾਹਮਣੇ ਆਕਾਸ਼ ਬਿਲਕੁਲ ਨਾਰਮਲ ਸੀ, ਬਲਕਿ ਸੁਧਾ ਦੇ ਨਾਲ ਹੱਸ-ਹੱਸ ਕੇ ਗੱਲਾਂ ਵੀ ਕਰ ਰਿਹਾ ਸੀ। ਉਹਨਾਂ ਦੋਹਾਂ ਨੂੰ ਨਾਸ਼ਤਾ ਦੇ ਕੇ ਕਮਰੇ ਦੇ ਬਾਹਰ ਆਈ ਤਾਂ ਸੋਚਣ ਲੱਗੀ ਕਿ ਨਾ ਜਾਣੇ ਆਕਾਸ਼ ਦੀ ਪਰਵਰਿਸ਼ ਵਿੱਚ ਕਿਹੜੀ ਗਲਤੀ ਕਰ ਦਿੱਤੀ। ਕੁਝ ਦਿਨ ਗੁਜ਼ਰ ਗਏ ਤੇ ਸੁਧਾ ਕਹਿਣ ਲੱਗੀ, ਮੈਂ ਘਰ ਦਾ ਕੰਮ ਕਰਨਾ। ਮੈਂ ਉਸ ਤੋਂ ਖੀਰ ਬਣਵਾ ਕੇ ਘਰ ਦੇ ਕੰਮ ਵਿੱਚ ਲਾ ਦਿੱਤਾ। ਮੈਂ ਦੇਖਿਆ ਉਸ ਦਾ ਚਿਹਰਾ ਮੁਰਝਾਇਆ ਹੋਇਆ ਸੀ। ਸੁਧਾ ਮੇਰੇ ਘਰੇ ਆ ਕੇ ਬਹੁਤ ਕਮਜ਼ੋਰ ਹੋ ਗਈ। ਇਸ ਤੋਂ ਵਧੀਆ ਤਾਂ ਉਹ ਆਪਣੀ ਗਰੀਬੀ ਵਿੱਚ ਸੀ, ਜਿੱਥੇ ਉਸ ਦੀ ਮਾਂ ਉਸ ਨੂੰ ਮੰਗ ਕੇ ਉਸ ਦਾ ਪੇਟ ਤਾਂ ਭਰ ਦਿੰਦੀ ਸੀ। ਹਾਲਾਂਕਿ ਸਾਡੇ ਵੀ ਕੰਮ ਥੋੜ੍ਹਾ ਡਾਊਨ ਵਿੱਚ ਜਾ ਰਿਹਾ ਸੀ, ਪਰ ਖਾਣ ਪੀਣ ਦੀ ਕੋਈ ਕਮੀ ਨਹੀਂ ਛੱਡੀ ਸੀ। ਮੈਂ ਸੁਧਾ ਨੂੰ ਕਿਹਾ, ਬੇਟੀ ਇੰਨੀ ਕਮਜ਼ੋਰ ਕਿਵੇਂ ਹੋ ਗਈ? ਇਹ ਨਾ ਕਹਿਣ ਤੇ ਸੁਧਾ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਉਸ ਨੇ ਮੈਨੂੰ ਇਸ਼ਾਰਿਆਂ ਨਾਲ ਦੱਸਿਆ ਕਿ ਮੈਨੂੰ ਆਕਾਸ਼ ਤੋਂ ਡਰ ਲੱਗਦਾ। ਉਸ ਦੀਆਂ ਗੱਲਾਂ ਸੁਣ ਕੇ ਮੈਂ ਜ਼ਿਆਦਾ ਪਰੇਸ਼ਾਨ ਹੋ ਗਈ। ਮੈਂ ਉਸ ਤੋਂ ਪੁੱਛਿਆ ਕਿ ਤੈਨੂੰ ਕਿਉਂ ਡਰ ਲੱਗਦਾ? ਤਾਂ ਉਹ ਮੇਰੇ ਸੀਨੇ ਨਾਲ ਲੱਗ ਕੇ ਉੱਚੀ ਉੱਚੀ ਰੋਣ ਲੱਗ ਗਈ। ਉਸ ਬੱਚੀ ਦੀ ਹਾਲਤ ਮੇਰੇ ਤੋਂ ਦੇਖੀ ਨਹੀਂ ਜਾ ਰਹੀ ਸੀ। ਮੈਂ ਕਿਹਾ, ਕੀ ਗੱਲ ਹੋ ਗਈ ਸੁਧਾ? ਮੈਨੂੰ ਖੁੱਲ੍ਹ ਕੇ ਦੱਸ। ਇੰਨੇ ਨੂੰ ਆਕਾਸ਼ ਘਰ ਆ ਗਿਆ। ਰਾਤ ਹੋਈ ਤੇ ਅੱਜ ਮੈਂ ਸੋਚ ਲਿਆ ਕਿ ਮੈਂ ਅੱਜ ਰਾਤ ਨੂੰ ਫਿਰ ਉਹਨਾਂ ਦੀਆਂ ਗੱਲਾਂ ਸੁਣਾਂਗੀ। ਮੈਨੂੰ ਫੇਰ ਹੀ ਪਤਾ ਲੱਗੂ ਕਿ ਇਹਨਾਂ ਵਿੱਚ ਚੱਲ ਕੀ ਰਿਹਾ।
ਆਕਾਸ਼ ਅਤੇ ਸੁਧਾ ਦੋਨੋਂ ਸੌਣ ਲਈ ਛੱਤ 'ਤੇ ਚਲੇ ਗਏ। ਥੋੜ੍ਹੇ ਚਿਰ ਬਾਅਦ ਮੈਂ ਵੀ ਪਿੱਛੇ ਛੱਤ 'ਤੇ ਉਹਨਾਂ ਦੇ ਮਗਰ ਪਹੁੰਚ ਗਈ। ਛੱਤ 'ਤੇ ਪਹੁੰਚਦੇ ਹੀ ਸਾਹਮਣੇ ਦਾ ਮੰਜ਼ਰ ਦੇਖ ਕੇ ਮੇਰਾ ਦਿਲ ਦਹਿਲ ਗਿਆ। ਸਾਡੀ ਛੱਤ ਉੱਪਰ ਇੱਕ ਕਮਰਾ ਸੀ। ਉਸ ਕਮਰੇ ਦੀਆਂ ਖਿੜਕੀਆਂ ਖੁੱਲ੍ਹੀਆਂ ਸੀ। ਮੈਂ ਉਹਨਾਂ ਖਿੜਕੀਆਂ ਰਾਹੀਂ ਦੇਖਿਆ ਕਿ ਸੁਧਾ ਤੇ ਆਕਾਸ਼ ਕਮਰੇ ਵਿੱਚ ਨਿਰਵਸਤਰ ਹੋ ਕੇ ਧੂਏਂ ਦੇ ਸਾਹਮਣੇ ਬੈਠੇ ਸੀ। ਮੇਰੀਆਂ ਅੱਖਾਂ ਸ਼ਰਮ ਨਾਲ ਝੁਕ ਗਈਆਂ। ਆਕਾਸ਼ ਸੁਧਾ ਨੂੰ ਸਾਹਮਣੇ ਬਿਠਾ ਕੇ ਜਲਦੀ ਹੋਈ ਅੱਗ ਵਿੱਚ ਕੁਝ ਪਾ ਰਿਹਾ ਸੀ ਤੇ ਮੰਤਰ ਪੜ੍ਹ ਰਿਹਾ ਸੀ। ਉਹਨਾਂ ਨੂੰ ਦੇਖ ਕੇ ਅੰਧ ਵਿਸ਼ਵਾਸ ਦਾ ਮਾਜਰਾ ਲੱਗ ਰਿਹਾ ਸੀ। ਸ਼ਾਇਦ ਮੇਰਾ ਬੇਟਾ ਅੰਧ ਵਿਸ਼ਵਾਸ ਵਿੱਚ ਫਸ ਚੁੱਕਿਆ ਸੀ। ਮੈਂ ਅੰਦਰ ਚਲੀ ਗਈ ਤੇ ਉਹ ਮੈਨੂੰ ਦੇਖ ਕੇ ਹੈਰਾਨ ਰਹਿ ਗਿਆ। ਮੈਂ ਆਪਣੇ ਦੁਪੱਟੇ ਨਾਲ ਆਪਣੀ ਬਹੂ ਨੂੰ ਢਕਿਆ। ਮੈਨੂੰ ਦੇਖ ਕੇ ਆਕਾਸ਼ ਉੱਚੀ ਉੱਚੀ ਬੋਲਣ ਲੱਗਿਆ ਤੇ ਬਹੂ ਰੋਣ ਲੱਗ ਗਈ। ਸਾਡੇ ਘਰ ਦਾ ਰੌਲਾ ਪੈਂਦਾ ਦੇਖ ਆਂਢੀ ਗੁਆਂਢੀ ਸਾਡੇ ਘਰ ਆ ਗਏ। ਮੇਰੇ ਬੇਟੇ ਦੇ ਕੋਲ ਇੱਕ ਖੰਜਰ ਰੱਖਿਆ ਹੋਇਆ ਸੀ। ਉਹ ਖੰਜਰ ਚੁੱਕ ਕੇ ਮੇਰੀ ਬਹੂ ਦੇ ਮਾਰਨ ਲੱਗਿਆ ਤੇ ਸਾਡੇ ਗੁਆਂਢੀਆਂ ਨੇ ਉਸ ਨੂੰ ਫੜ ਲਿਆ। ਮੈਂ ਪੁਲਿਸ ਨੂੰ ਫੋਨ ਕਰ ਦਿੱਤਾ ਕਿਉਂਕਿ ਉਹ ਸਾਡੇ ਕੋਲੋਂ ਸੰਭਲ ਹੀ ਨਹੀਂ ਰਿਹਾ ਸੀ। ਉਹ ਬਾਰ-ਬਾਰ ਮੇਰੀ ਬਹੂ ਦੇ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇੰਨੇ ਨੂੰ ਸਾਡੇ ਘਰ ਪੁਲਿਸ ਆ ਗਈ। ਉਹਨਾਂ ਨੇ ਇਹ ਸਭ ਦਾ ਕਾਰਨ ਪੁੱਛਿਆ ਤਾਂ ਮੇਰੇ ਬੇਟੇ ਨੇ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ। ਜਦੋਂ ਪੁਲਿਸ ਨੇ ਸਖਤੀ ਨਾਲ ਪੁੱਛਿਆ ਤਾਂ ਉਸਨੇ ਕਿਹਾ ਕਿ ਮੇਰਾ ਕਾਰੋਬਾਰ ਘਾਟੇ ਵਿੱਚ ਜਾ ਰਿਹਾ ਸੀ, ਇਸ ਲਈ ਮੈਂ ਪਰੇਸ਼ਾਨ ਰਹਿੰਦਾ ਸੀ। ਮੇਰੀ ਪਰੇਸ਼ਾਨੀ ਦਾ ਕੋਈ ਹੱਲ ਨਹੀਂ ਮਿਲ ਰਿਹਾ ਸੀ। ਇੱਕ ਦਿਨ ਮੇਰੇ ਇੱਕ ਦੋਸਤ ਨੇ ਮੈਨੂੰ ਇੱਕ ਬਾਬਾ ਜੀ ਦੇ ਕੋਲ ਜਾਣ ਨੂੰ ਕਿਹਾ। ਜਦੋਂ ਮੈਂ ਉਸ ਬਾਬਾ ਜੀ ਦੇ ਕੋਲ ਗਿਆ ਤਾਂ ਉਸ ਬਾਬਾ ਜੀ ਨੇ ਪੁੱਛਿਆ, ਤੇਰਾ ਵਿਆਹ ਹੋਇਆ ਹੈ ਜਾਂ ਨਹੀਂ? ਮੈਂ ਕਿਹਾ ਨਹੀਂ। ਤਾਂ ਬਾਬਾ ਜੀ ਨੇ ਕਿਹਾ, ਤੂੰ ਵਿਆਹ ਕਰ ਲੈ ਤੇ ਆਪਣੀ ਨਈ ਨਵੇਲੀ ਵਹੁਟੀ ਦੇ ਸਾਹਮਣੇ ਨਿਰਵਸਤਰ ਬੈਠ ਕੇ ਇਹ ਮੰਤਰ ਪੜ੍ਹ ਕੇ 1 ਹਫ਼ਤੇ ਦੀ ਪੂਜਾ ਤੋਂ ਬਾਅਦ ਉਸ ਦੀ ਬਲੀ ਦੇ ਦੇਵੀਂ, ਜਿਸ ਦੇ ਬਾਅਦ ਤੇਰੇ ਸਾਰੇ ਵਿਗੜੇ ਹੋਏ ਕੰਮ ਠੀਕ ਹੋ ਜਾਣਗੇ। ਪਰ ਇਹ ਕੰਮ ਬਹੁਤ ਮੁਸ਼ਕਲ ਸੀ ਕਿਉਂਕਿ ਕਿਸੇ ਵੀ ਲੜਕੀ ਦੇ ਨਾਲ ਇਹ ਸਭ ਕਰਦਾ ਤਾਂ ਉਹ ਮੇਰੀ ਮਾਂ ਨੂੰ ਦੱਸ ਦਿੰਦੀ। ਇਸ ਲਈ ਮੈਂ ਫੈਸਲਾ ਕੀਤਾ ਕਿ ਮੈਂ ਗੂੰਗੀ ਲੜਕੀ ਨਾਲ ਵਿਆਹ ਕਰਵਾਵਾਂਗਾ ਕਿਉਂਕਿ ਉਹ ਮੇਰੇ ਤੇ ਆਪਣੀਆਂ ਵਿਚਲੀਆਂ ਗੱਲਾਂ ਨੂੰ ਕਿਸੇ ਨੂੰ ਨਹੀਂ ਦੱਸੇਗੀ। ਅੱਜ ਆਖਰੀ ਦਿਨ ਸੀ ਤੇ ਮੈਂ ਸੁਧਾ ਦੀ ਬਲੀ ਦੇਣ ਵਾਲਾ ਸੀ, ਪਰ ਮੇਰੀ ਮਾਂ ਨੇ ਸਾਰਾ ਕੰਮ ਵਿਗਾੜ ਕੇ ਰੱਖ ਦਿੱਤਾ। ਮੈਂ ਆਕਾਸ਼ ਦੀ ਇਹ ਗੱਲ ਸੁਣ ਕੇ ਉਸ ਦੇ ਜ਼ੋਰਦਾਰ ਮੂੰਹ ਤੇ ਥੱਪੜ ਮਾਰ ਦਿੱਤਾ ਤੇ ਕਿਹਾ ਕਿ ਮੈਂ ਤਾਂ ਤੈਨੂੰ ਅਜਿਹੀ ਪਰਵਰਿਸ਼ ਨਹੀਂ ਦਿੱਤੀ। ਤੂੰ ਇੰਨਾ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਵੀ ਅੰਧ ਵਿਸ਼ਵਾਸ ਵਿੱਚ ਫਸ ਗਿਆ। ਕਾਫੀ ਪੁੱਛਗਿੱਛ ਦੇ ਬਾਅਦ ਉਸ ਢੋਂਗੀ ਬਾਬੇ ਨੂੰ ਵੀ ਫੜ ਲਿਆ। ਮੇਰੇ ਬੇਟੇ ਨੂੰ ਕੁਝ ਦਿਨਾਂ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਡਾਕਟਰਾਂ ਨੇ ਉਸ ਨੂੰ ਸਮਝਾਇਆ ਕਿ ਕਿਸੇ ਦੀ ਬਲੀ ਦੇਣ ਨਾਲ ਇਨਸਾਨ ਅਮੀਰ ਨਹੀਂ ਹੁੰਦਾ। ਕੁਝ ਦਿਨਾਂ ਬਾਅਦ ਮੇਰਾ ਬੇਟਾ ਠੀਕ ਹੋ ਕੇ ਘਰ ਆ ਗਿਆ। ਮੈਂ ਮੇਰੀ ਬਹੂ ਅਤੇ ਬੇਟੇ ਦਾ ਕਮਰਾ ਫੁੱਲਾਂ ਨਾਲ ਸਜਾਇਆ, ਪਰ ਮੈਨੂੰ ਹਾਲੇ ਵੀ ਡਰ ਲੱਗ ਰਿਹਾ ਸੀ ਕਿ ਪਤਾ ਨਹੀਂ ਮੇਰਾ ਬੇਟਾ ਅੰਧ ਵਿਸ਼ਵਾਸ ਵਿੱਚੋਂ ਨਿਕਲਿਆ ਕਿ ਨਹੀਂ। ਆਕਾਸ਼ ਦੇ ਵਿਆਹ ਤੋਂ ਬਾਅਦ ਮੈਨੂੰ ਲੱਗਿਆ ਕਿ ਮੈਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਗਈ, ਪਰ ਅਜਿਹਾ ਨਹੀਂ ਹੈ। ਇੱਕ ਮਾਂ ਆਪਣੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਤੋਂ ਉਦੋਂ ਤੱਕ ਆਜ਼ਾਦ ਨਹੀਂ ਹੁੰਦੀ ਜਦੋਂ ਤੱਕ ਉਸ ਦੇ ਬੱਚੇ ਆਪਣੀ ਘਰ ਗ੍ਰਹਿਸਤੀ ਵਿੱਚ ਪੂਰੀ ਤਰ੍ਹਾਂ ਖੁਸ਼ ਨਹੀਂ ਹੋ ਜਾਂਦੇ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਜੇ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ, ਤਦ ਤੱਕ ਸਤਿ ਸ਼੍ਰੀ ਅਕਾਲ।